रख के उम्मीदा मैं आया, मेरे खुदाया दे तू सहारा, मेरे खुदाया दे तू सहारा। रूज समझान विच जोने गुनाह, तू है दयालु कर दे मां। रूज समझान विच जोने गुनाह, तू है दयालु कर दे मां। अपनी कृपा दा रख साया, अपनी कृपा दा रख साया, मेरे खुदाया दे तू सहारा, मेरे खुदाया दे तू सहारा। रख के उम्मीदा मैं आया, रख के उम्मीदा मैं आया, मेरे खुदाया दे तू सहारा, मेरे खुदाया दे तू सहारा। बाप ਅਤੇ ਬੇਟੇ ਅਤੇ ਰੂਪਾਕ ਦੇ ਨਾਂ ਉੱਤੇ आमीन। ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਵਿੱਚ ਪਿਆਰੇ ਭਰਾਵੋ ਅਤੇ ਭੈਣੋ, ਮਰਕੁਸ ਦੀ ਅੰਜੀਲ ਉਹਦੇ 9 ਅਧਿਆਇ ਵਿੱਚ ਯੀਸ਼ੂ ਇਹ ਗੱਲ ਆਖਦੇ ਹਨ, ਉਹ ਜਿਹੜੇ ਨਰੋਏ ਹਨ ਉਹਨਾਂ ਨੂੰ ਵੈਦ ਦੀ ਲੋੜ ਨਹੀਂ, ਪਰ ਉਹ ਜਿਹੜੇ ਬਿਮਾਰ ਹਨ। ਸਾਡੇ ਲਈ ਜ਼ਰੂਰੀ ਹੈ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਵੱਲ ਆਈਏ, ਜਿਵੇਂ ਦਾਊਦ ਕਹਿੰਦਾ ਹੈ, ਮੇਰਾ ਪਾਪ ਹਮੇਸ਼ਾ ਮੇਰੇ ਅੱਗੇ ਰਹਿੰਦਾ ਹੈ। ਪਰਮੇਸ਼ਵਰ ਦੇ ਵੱਲ ਆਉਣ ਦੇ ਸਮੇਂ ਸਾਡਾ ਪਾਪ ਹੈ ਉਹ ਸਾਨੂੰ ਪਰਮੇਸ਼ਵਰ ਤੋਂ ਵੱਖ ਕਰਦਾ ਹੈ, ਅਤੇ ਸਾਡੀ ਜ਼ਿੰਦਗੀ ਦੇ ਵਿੱਚ ਪਾਪ ਦਾ ਹੋਣਾ, ਸਾਡੀ ਪਾਪ ਦੀ ਹਾਲਤ ਜੋ ਹੈ ਸਾਨੂੰ ਪਰਮੇਸ਼ਵਰ ਦੇ ਵੱਲ ਵੱਧ ਆਉਣ ਦੇ ਲਈ ਤਿਆਰ ਕਰਦੀ ਹੈ, ਕਿਉਂਕਿ ਉਹ ਜਿਹੜੇ ਬਿਮਾਰ ਹਨ ਉਹਨਾਂ ਨੂੰ ਵੈਦ ਦੀ ਲੋੜ ਹੈ। ਅਸੀਂ ਜਿਹੜੇ ਪਾਪੀ ਹਾਂ, ਜਿਹੜੇ ਪਾਪ ਦੀ ਹਾਲਤ ਵਿੱਚ ਹਾਂ, ਸਾਡੇ ਲਈ ਬਹੁਤਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੇ ਵੱਲ ਆਈਏ। ਪਰਮੇਸ਼ਵਰ ਆਪ ਸਾਨੂੰ ਆਪਣੇ ਵੱਲ ਸੱਦਦਾ ਹੈ। ਥੱਕੇ ਮਨ ਦੇ ਵੱਡੇ ਬੋਝ ਦੇ ਹੇਠ ਦੱਬੇ ਹੋਏ ਲੋਕੋ, ਤੁਸੀਂ ਮੇਰੇ ਵੱਲ ਆਓ। ਇਸ ਪਾਕ ਮਾਸਿਕ ਕੁਰਬਾਨੀ ਦੇ ਵਿੱਚ ਅਸੀਂ ਯੀਸ਼ੂ ਦੇ ਵੱਲ ਆਈਏ। ਜਦੋਂ ਅਸੀਂ ਯੀਸ਼ੂ ਵੱਲ ਆਉਂਦੇ ਹਾਂ, ਯੀਸ਼ੂ ਸਾਡੇ ਗੁਨਾਹਾਂ ਨੂੰ ਨਹੀਂ ਵੇਖਦਾ, ਉਹ ਸਾਡੇ ਪਛਤਾਵੇ ਨੂੰ, ਸਾਡੇ ਟੁੱਟੇ ਦਿਲਾਂ ਨੂੰ ਵੇਖਦਾ ਹੈ। ਇਸ ਕਰਕੇ ਆਓ ਅਸੀਂ ਆਪਣੇ ਦਿਲਾਂ ਨੂੰ ਪਰਮੇਸ਼ਵਰ ਦੇ ਅੱਗੇ ਚੜਾਈਏ, ਆਪਣੇ ਗੁਨਾਹਾਂ ਤੇ ਅਫਸੋਸ ਕਰੀਏ, ਸੱਚੇ ਦਿਲੋਂ ਖੁਦਾ ਤੋਂ ਮਾਫੀ ਮੰਗੀਏ, ਤਾਂ ਜੋ ਅਸੀਂ ਨਾ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾ ਸਕੀਏ। मैं के बाल करदा
सदा कुमारी मरियम थे सारे फरिश्तियाँ संतां के ती भेड़ा भरावां दे अगे मैं हुण बेनती करदा मेरी के वाले करदा मेरे लिए खुदा मदद करो दुआ सारे मिलके मैं आया तेरी दुआए रहम करो प्रभु प्यारे मैं इनके वाले करदा पूरी कुदरत वाले खुदा ती भेड़ा भरावां दे अगे मैं इनके वाले करदा मैं इनके वाले करदा। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। आमीन। हे प्रभु दया करो हे प्रभु दया करो हे मसीह दया करो हे मसीह दया करो हे प्रभु दया करो हे प्रभु दया करो। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਤੂੰ ਜੋ ਮਨੁੱਖੀ ਸੁਭਾਅ ਨੂੰ ਮੁੱਢਲੇ ਹਾਲ ਤੋਂ ਕਿਤੇ ਜ਼ਿਆਦਾ ਮਾਣ ਦੇ ਕੇ ਮੁੜ ਬਹਾਲ ਕਰਦਾ ਹੈ, ਆਪਣੇ ਮਿਹਰ ਭਰੇ ਪਿਆਰ ਦੇ ਇਸ ਅਚਰਜ ਭੇਦ ਵੱਲ ਨਿਗਾਹ ਕਰ। ਨਵੇਂ ਜਨਮ ਦੇ ਅਜੂਬੇ ਰਾਹੀਂ ਜਿਨ੍ਹਾਂ ਨੂੰ ਤੂੰ ਨਵੇਂ ਕਰਨ ਲਈ ਚੁਣ ਲਿਆ ਹੈ, ਉਹਨਾਂ ਵਿੱਚ ਆਪਣੇ ਫਜ਼ਲਾਂ ਅਤੇ ਬਰਕਤਾਂ ਦੇ ਤੋਹਫਿਆਂ ਨੂੰ ਕਾਇਮ ਰੱਖ। ਸਾਡੇ ਪ੍ਰਭੂ ਯੀਸ਼ੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ आमीन। ਪ੍ਰਭੂ ਯੀਸ਼ੂ ਮਸੀਹ ਦੇ ਤਾਰੀ ਸ਼ਬਦ ਤੁਹਾਨੂੰ ਸ਼ਬਦ ਐਲਾਨ ਕਰਨ ਦਾ ਫਜ਼ਲ ਦੇਵੇ, ਬਾਪ ਅਤੇ ਬੇਟੇ ਅਤੇ ਰੂਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 13 ਬਾਬ 13 ਤੋਂ 25 ਆਇਤ ਤੱਕ। ਤਦ ਪੌਲੁਸ ਅਤੇ ਉਸ ਦੇ ਸਾਥੀ ਕਿਸ਼ਤੀ ਵਿੱਚ ਸਵਾਰ ਹੋ ਕੇ ਪਾਫੋਸ ਤੋਂ ਪੰਫੀਲੀਆ ਦੇ ਪੇਰਗਾ ਵਿੱਚ ਆਏ। ਉੱਥੇ ਯੋਹੰਨਾ ਉਹਨਾਂ ਨੂੰ ਛੱਡ ਕੇ ਯਰੂਸ਼ਲਮ ਨੂੰ ਵਾਪਸ ਚਲਾ ਗਿਆ, ਪਰ ਪੌਲੁਸ ਅਤੇ ਸਾਥੀ ਪੇਰਗਾ ਤੋਂ ਅੱਗੇ ਚੱਲ ਕੇ ਪਸੀਦੀਆ ਦੀ ਅੰਤਾਕਿਆ ਵਿੱਚ ਪਹੁੰਚੇ। ਸਬਤ ਦੇ ਦਿਨ ਉਹ ਜਾ ਕੇ ਸਭਾ ਘਰ ਵਿੱਚ ਬੈਠ ਗਏ। ਧਰਮ ਵਿਧਾਨ ਅਤੇ ਨਬੀਆਂ ਦੇ ਪਾਠ ਪੜ੍ਹੇ ਜਾਣ ਦੇ ਬਾਅਦ ਸਭਾ ਘਰ ਦੇ ਅਧਿਕਾਰੀਆਂ ਨੇ ਉਹਨਾਂ ਕੋਲ ਇਹ ਕਹਿੰਦੇ ਹੋਏ ਸੁਨੇਹਾ ਘੱਲਿਆ, ਭਰਾਓ, ਜੇਕਰ ਤੁਹਾਡੇ ਕੋਲ ਲੋਕਾਂ ਨੂੰ ਉਪਦੇਸ਼ ਦੇਣ ਲਈ ਕੋਈ ਵਚਨ ਹੈ ਤਾਂ ਦੱਸੋ। ਤਦ ਪੌਲੁਸ ਖੜਾ ਹੋ ਗਿਆ ਅਤੇ ਹੱਥ ਦੇ ਇਸ਼ਾਰੇ ਨਾਲ ਲੋਕਾਂ ਨੂੰ ਚੁੱਪ ਰਹਿਣ ਲਈ ਆਖਦੇ ਹੋਏ ਬੋਲਿਆ, ਇਸਰਾਇਲੀ ਲੋਕੋ ਅਤੇ ਬਾਕੀ ਸਾਰੇ ਜੋ ਖੁਦਾ ਦਾ ਭੈ ਮੰਨਦੇ ਹੋ, ਸੁਣੋ। ਇਸ ਕੌਮ ਇਸਰਾਇਲ ਦੇ ਖੁਦਾ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਦੇਸ਼ ਵਿੱਚ ਪ੍ਰਵਾਸ ਦੇ ਸਮੇਂ ਉਹਨਾਂ ਨੂੰ ਮਹਾਨ ਕੌਮ ਬਣਾਇਆ
ਅਤੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਉਹਨਾਂ ਨੂੰ ਉੱਥੋਂ ਕੱਢ ਲਿਆਇਆ। 40 ਸਾਲਾਂ ਤੱਕ ਮਰੂਥਲ ਵਿੱਚ ਉਸਨੇ ਉਹਨਾਂ ਦੀ ਦੇਖਭਾਲ ਕੀਤੀ। ਇਸ ਦੇ ਬਾਅਦ ਉਸਨੇ ਕਨਾਨ ਦੇਸ਼ ਵਿੱਚ 7 ਕੌਮਾਂ ਨੂੰ ਨਾਸ਼ ਕੀਤਾ ਅਤੇ ਉਹਨਾਂ ਦੀ ਜ਼ਮੀਨ ਸਾਡੇ ਪੁਰਖਿਆਂ ਨੂੰ ਵਿਰਾਸਤ ਵਿੱਚ ਤਕਰੀਬਨ 450 ਸਾਲਾਂ ਲਈ ਦੇ ਦਿੱਤੀ। ਇਸ ਦੇ ਬਾਅਦ ਉਸਨੇ ਨਬੀ ਸੈਮੂਅਲ ਦੇ ਸਮੇਂ ਤੱਕ ਉਹਨਾਂ ਲਈ ਨਿਅੰਕਾਰਤਾ ਨਿਯੁਕਤ ਕੀਤੀ। ਤਦ ਉਹਨਾਂ ਨੇ ਇੱਕ ਰਾਜਾ ਦੀ ਮੰਗ ਕੀਤੀ ਅਤੇ ਖੁਦਾ ਨੇ ਉਹਨਾਂ ਨੂੰ ਬੈਂਜਾਮੀਨ ਦੇ ਵੰਸ਼ ਵਿੱਚੋਂ ਕੀਸ਼ ਦਾ ਪੁੱਤਰ ਸਾਊਲ ਦੇ ਦਿੱਤਾ, ਜਿਸ ਨੇ 40 ਸਾਲਾਂ ਤੱਕ ਰਾਜ ਕੀਤਾ। ਉਸ ਨੂੰ ਹਟਾ ਦੇਣ ਦੇ ਬਾਅਦ ਖੁਦਾ ਨੇ ਦਾਊਦ ਨੂੰ ਉਹਨਾਂ ਦਾ ਰਾਜਾ ਬਣਾਇਆ, ਜਿਸ ਦੇ ਬਾਰੇ ਉਸਨੇ ਗਵਾਹੀ ਦਿੱਤੀ ਅਤੇ ਕਿਹਾ, ਜੱਸੇ ਦੇ ਪੁੱਤਰ ਦਾਊਦ ਨੂੰ ਮੈਂ ਆਪਣੇ ਮਨ ਦੀ ਪਸੰਦ ਦਾ ਆਦਮੀ ਪਾਇਆ ਹੈ, ਜੋ ਮੇਰੀਆਂ ਸਭ ਇੱਛਾਵਾਂ ਪੂਰੀਆਂ ਕਰੇਗਾ। ਇਸ ਆਦਮੀ ਦੀ ਅੰਸ਼ ਔਲਾਦ ਵਿੱਚੋਂ ਖੁਦਾ ਨੇ ਆਪਣੇ ਵਾਅਦੇ ਅਨੁਸਾਰ ਇਸਰਾਇਲ ਦੇ ਲਈ ਇੱਕ ਮੁਕਤੀਦਾਤਾ ਯਿਸੂ ਪੈਦਾ ਕੀਤਾ। ਉਸ ਦੀ ਆਮਦ ਦੇ ਪਹਿਲੇ ਯਹੋਨਾ ਨੇ ਇਸਰਾਇਲ ਦੇ ਸਾਰੇ ਲੋਕਾਂ ਵਿੱਚ ਪਛਤਾਵੇ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ ਸੀ। ਜਿਵੇਂ ਯਹੋਨਾ ਆਪਣਾ ਕੰਮ ਪੂਰਾ ਕਰ ਰਿਹਾ ਸੀ, ਉਸ ਨੇ ਕਿਹਾ, ਤੁਸੀਂ ਕੀ ਸੋਚਦੇ ਹੋ ਕਿ ਮੈਂ ਹਾਂ? ਮੈਂ ਉਹ ਨਹੀਂ ਹਾਂ, ਨਹੀਂ, ਪਰ ਮੇਰੇ ਬਾਅਦ ਇੱਕ ਆਉਣਾ ਹੈ, ਜਿਸ ਦੇ ਪੈਰਾਂ ਦੀ ਜੁੱਤੀ ਦੇ ਤਸ਼ਮੇ ਖੋਲਣ ਦੀ ਮੈਂ ਯੋਗ ਨਹੀਂ ਹਾਂ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। सारी अपने तो आगे खुदा, सारी बदकारी रखी है सारी अपने तो आगे खुदा। ही चेहरा रोशन है जेड़ा चांदा सब छुपे गुनाह। तेरा ही चेहरा रोशन है जेड़ा चांदा सब छुपे गुनाह। दुनिया सा सारी गमरे गुजारे कह विच तेरी सदा। दिन ऐसा सारे गमरे गुजारे कह विच तेरी सदा। साड़ी बदकारी रखी है सारी अपने तो आगे खुदा, अपने तो आगे खुदा, अपने तो आगे खुदा।
हालेलुया 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 सारियां कौमां नूं चेले बनाओ रब नाल सब दा मेल कराओ सारियां कौमां नूं चेले बनाओ रब नाल सब दा मेल कराओ जाओ 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 सब जाओ सब जाओ 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 सब जाओ सब जाओ हालेलुया 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 हालेलुया। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯਹੂਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਤਦ ਯੀਸ਼ੂ ਨੇ ਕਿਹਾ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਉਹ ਜੋ ਭੇਜਿਆ ਹੋਇਆ ਹੈ ਉਸ ਨਾਲੋਂ ਵੱਡਾ ਹੁੰਦਾ ਹੈ ਜਿਸ ਨੇ ਉਸ ਨੂੰ ਭੇਜਿਆ ਹੈ। ਤੁਸੀਂ ਧੰਨ ਹੋ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਸਮਝਦੇ ਹੋ ਅਤੇ ਇਹਨਾਂ ਦੇ ਅਨੁਸਾਰ ਚੱਲਦੇ ਹੋ। ਮੈਂ ਤੁਹਾਡੇ ਸਾਰਿਆਂ ਦੇ ਬਾਰੇ ਨਹੀਂ ਕਹਿ ਰਿਹਾ ਹਾਂ, ਮੈਂ ਜਾਣਦਾ ਹਾਂ ਕਿ ਮੈਂ ਕਿਹਨਾਂ ਨੂੰ ਚੁਣਿਆ ਹੈ। ਇਹ ਇਸ ਲਈ ਹੈ ਕਿ ਪਵਿੱਤਰ ਲਿਖਤਾਂ ਦਾ ਇਹ ਵਾਕ ਪੂਰਾ ਹੋ ਜਾਵੇ, ਜਿਸ ਨੇ ਮੇਰੇ ਨਾਲ ਰੋਟੀ ਖਾਧੀ ਉਸਨੇ ਮੇਰੇ ਖਿਲਾਫ ਲੱਤ ਚੁੱਕੀ ਹੈ। ਹੁਣ ਮੈਂ ਇਹ ਹੋ ਜਾਣ ਤੋਂ ਪਹਿਲਾਂ ਹੀ ਤੁਹਾਨੂੰ ਦੱਸਦਾ ਹਾਂ ਤਾਂ ਕਿ ਜਦੋਂ ਇਹ ਹੋ ਜਾਵੇ ਤਾਂ ਤੁਸੀਂ ਮੰਨੋ ਮੈਂ ਉਹੀ ਹਾਂ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜੋ ਕੋਈ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਸਵੀਕਾਰ ਕਰਦਾ ਹੈ ਜਿਨ੍ਹਾਂ ਨੂੰ ਮੈਂ ਘੱਲਦਾ ਹਾਂ, ਉਹ ਮੈਨੂੰ ਸਵੀਕਾਰ ਕਰਦਾ ਹੈ, ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਉਸ ਨੂੰ ਸਵੀਕਾਰ ਕਰਦਾ ਹੈ ਜਿਸ ਨੇ ਮੈਨੂੰ ਘੱਲਿਆ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਦੇ ਵਿੱਚ ਪਿਆਰੇ ਭਰਾਓ ਅਤੇ ਭੈਣੋ, ਪਾਸਕਾ ਦੇ ਸਮੇਂ ਵਿੱਚ ਜੋ ਅਸੀਂ ਪਵਿੱਤਰ ਪਾਠ ਸੰਤ ਯਹੂਨਾ ਦੀ ਅੰਜੀਲ ਵਿੱਚੋਂ ਪੜ੍ਹਦੇ ਹਾਂ, ਉਹਦੇ ਵਿੱਚ ਲਗਾਤਾਰ ਇਹਨਾਂ ਦਿਨਾਂ ਦੌਰਾਨ ਅਸੀਂ ਯੀਸ਼ੂ ਮਸੀਹ ਦੇ ਆਪਣੇ ਚੇਲਿਆਂ ਦੇ ਨਾਲ ਵਾਰਤਾਲਾਪ ਨੂੰ ਸੁਣਦੇ ਆ ਰਹੇ ਹਾਂ। ਇਹਨਾਂ तमाम ਵਾਰਤਾਲਾਪ ਦੇ ਦੌਰਾਨ ਇੱਕ ਗੱਲ ਜੋ ਅਸੀਂ ਯੀਸ਼ੂ ਵਿੱਚ ਦੇਖਦੇ ਹਾਂ ਉਹ ਇਹ ਹੈ ਕਿ ਉਹ ਲਗਾਤਾਰ ਆਪਣੇ ਬਾਪ ਦੀ ਮਹਿਮਾ, ਆਪਣੇ ਬਾਪ ਦੀ ਵਡਿਆਈ ਕਰ ਰਹੇ ਹਨ। ਅਸੀਂ ਵਚਨਾਂ ਦੇ ਵਿੱਚ ਇਹ ਗੱਲ ਸਾਫ਼ ਦੇਖਦੇ ਹਾਂ ਕਿ ਪਾਕ ਤਸਲੀਸ ਦੇ ਤਿੰਨੋਂ ਸ਼ਖਸ, ਬਾਪ, ਬੇਟਾ ਤੇ ਰੂਪਾਕ, ਇਹ ਇਹੋ ਜਿਹੇ ਸ਼ਖਸ ਹਨ ਕਿ ਇੱਕ ਦੂਜੇ ਨੂੰ ਮਹਿਮਾ ਵਡਿਆਈ ਦਿੰਦੇ ਰਹਿੰਦੇ ਹਨ। ਯੀਸ਼ੂ ਬਾਪ ਨੂੰ ਮਹਿਮਾ ਤੇ ਵਡਿਆਈ ਦਿੰਦਾ ਹੈ, ਬਦਲੇ ਵਿੱਚ ਬਾਪ ਯੀਸ਼ੂ ਨੂੰ ਮਹਿਮਾ ਤੇ ਵਡਿਆਈ ਦਿੰਦਾ ਹੈ। ਬਾਪ ਅਤੇ ਬੇਟੇ ਦੋਵੇਂ ਮਿਲ ਕੇ ਪਵਿੱਤਰ ਆਤਮਾ ਨੂੰ ਮਹਿਮਾ ਤੇ ਵਡਿਆਈ ਦਿੰਦੇ ਹਨ। ਅਤੇ ਰਸੂਲਾਂ ਦੇ ਕਰਤੱਵ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿਵੇਂ ਪਵਿੱਤਰ ਆਤਮਾ ਆਪਣੇ ਕੰਮਾਂ ਦੇ ਰਾਹੀਂ ਪਿਤਾ ਨੂੰ, ਬਾਪ ਨੂੰ ਅਤੇ ਪ੍ਰਭੂ ਯੀਸ਼ੂ ਨੂੰ ਮਹਿਮਾ ਅਤੇ ਵਡਿਆਈ ਦਿੰਦਾ ਹੈ। ਇਹ ਗੱਲ ਹਰ ਇੱਕ ਵਿਸ਼ਵਾਸੀ ਨੂੰ, ਹਰ ਇੱਕ ਇਨਸਾਨ ਨੂੰ ਪਾਕ ਤਸਲੀਸ ਤੋਂ ਸਿੱਖਣੀ ਚਾਹੀਦੀ ਹੈ ਕਿ ਅਸੀਂ ਹਮੇਸ਼ਾ ਦੂਜਿਆਂ ਨੂੰ ਵਡਿਆਈ ਦਈਏ, ਅਸੀਂ ਹਮੇਸ਼ਾ ਦੂਜਿਆਂ ਦੀ ਪ੍ਰਸ਼ੰਸਾ ਕਰੀਏ, ਅਸੀਂ ਹਮੇਸ਼ਾ ਦੂਜਿਆਂ ਨੂੰ ਉੱਪਰ ਉਠਾਈਏ। ਬਹੁਤ ਵਾਰੀ ਹੁੰਦਾ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਲੋਕ ਮੇਰੀ ਪ੍ਰਸ਼ੰਸਾ ਕਰਨ,
ਲੋਕ ਮੇਰੀ ਵਡਿਆਈ ਕਰਨ, ਪਰ ਮੈਂ ਕਿਸੇ ਦੀ ਪ੍ਰਸ਼ੰਸਾ ਜਾਂ ਕਿਸੇ ਦੀ ਵਡਿਆਈ ਨਹੀਂ ਕਰਨਾ ਚਾਹੁੰਦਾ। ਮੈਂ ਕਿਸੇ ਦੀ ਸ਼ਲਾਘਾ ਨਹੀਂ ਕਰਨਾ ਚਾਹੁੰਦਾ। ਹਾਂ, ਜਦੋਂ ਮੈਂ ਕੋਈ ਕੰਮ ਕਰਦਾ ਹਾਂ, ਮੈਂ ਚਾਹੁੰਦਾ ਕਿ ਸਾਰੇ ਮੈਨੂੰ ਆ ਕੇ ਕਹਿਣ ਕਿ ਤੁਸੀਂ ਵਧੀਆ ਕੀਤਾ। ਕਿ ਮੈਂ ਇਹੀ ਸ਼ਬਦ ਦੂਜਿਆਂ ਦੇ ਲਈ ਇਸਤੇਮਾਲ ਕਰਦਾ ਹਾਂ? ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਜੋ ਸਾਡੀ ਮਹਿਮਾ ਹੁੰਦੀ ਹੈ ਜਾਂ ਵਡਿਆਈ ਹੁੰਦੀ ਹੈ, ਉਹ ਸਾਡੀ ਨਹੀਂ, ਸਗੋਂ ਸਾਡੇ ਰਚਨਹਾਰੇ ਪਰਮੇਸ਼ਵਰ ਦੀ ਹੁੰਦੀ ਹੈ। ਇਸੇ ਕਰਕੇ ਜੇਕਰ ਕੋਈ ਤੁਹਾਡੀ ਵਡਿਆਈ ਕਰਦਾ ਵੀ ਹੈ ਤਾਂ ਤੁਸੀਂ ਇਹ ਵਡਿਆਈ ਆਪਣੇ ਕੋਲ ਨਹੀਂ ਰੱਖਣੀ, ਇਹ ਵਡਿਆਈ ਹਮੇਸ਼ਾ ਪਰਮੇਸ਼ਵਰ ਨੂੰ ਦੇਣੀ ਹੈ। ਹਰ ਇੱਕ ਵਿਸ਼ਵਾਸੀ ਲਈ ਇਹ ਸਮਝਣਾ ਜ਼ਰੂਰੀ ਹੈ। ਜਦੋਂ ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ ਰਸੂਲਾਂ ਦੇ ਕਰਤੱਵ ਉਹਦੀ 12 ਅਧਿਆਇ ਦੇ ਵਿੱਚ ਉਹਦੀ 21 ਵਚਨ ਤੋਂ ਜਦੋਂ ਅਸੀਂ ਪੜ੍ਹਦੇ ਹਾਂ 21, 22 ਅਤੇ 23, ਅਸੀਂ ਵੇਖਦੇ ਹਾਂ ਕਿਵੇਂ ਰਾਜਾ ਹੈਰੋਦੇਸ਼ ਜਦੋਂ ਲੋਕਾਂ ਦੇ ਸਾਹਮਣੇ ਸ਼ਾਹੀ ਪੋਸ਼ਾਕ ਪਹਿਨ ਕੇ ਭਾਸ਼ਣ ਦੇਣ ਦੇ ਲਈ ਆਇਆ ਤਾਂ ਲੋਕਾਂ ਨੇ ਹੈਰੋਦੇਸ ਦਾ ਭਾਸ਼ਣ ਸੁਣਦੇ ਸਾਰੇ ਇਹ ਗੱਲ ਕਹੀ ਕਿ ਹੁਣ ਕਿਸੇ ਮਨੁੱਖ ਨੇ ਗੱਲ ਨਹੀਂ ਕੀਤੀ, ਸਗੋਂ ਪਰਮੇਸ਼ਵਰ ਨੇ ਗੱਲ ਕੀਤੀ ਹੈ। ਅਤੇ ਇਹਦੇ ਵਿੱਚ ਹੈਰੋਦੇਸ ਨੇ ਆਪਣੇ ਆਪ ਦੇ ਲਈ ਵਡਿਆਈ ਕਮਾ ਲਈ। ਅਤੇ ਅੱਗੇ ਅਸੀਂ ਵਚਨ ਵਿੱਚ ਪੜ੍ਹਦੇ ਹਾਂ 23 ਆਇਤ ਵਿੱਚ, ਉਸੇ ਵੇਲੇ ਪ੍ਰਭੂ ਦੇ ਇੱਕ ਸਵਰਗਦੂਤ ਨੇ ਹੈਰੋਦੇਸ ਨੂੰ ਮਾਰਿਆ ਕਿਉਂਕਿ ਉਸਨੇ ਪਰਮੇਸ਼ਵਰ ਨੂੰ ਵਡਿਆਈ ਨਹੀਂ ਦਿੱਤੀ ਸੀ ਅਤੇ ਉਸ ਨੂੰ ਕੀੜੇ ਪੈ ਗਏ ਅਤੇ ਉਹ ਮਰ ਗਿਆ। ਯਾਨੀ ਜੇਕਰ ਕੋਈ ਇਨਸਾਨ ਤੁਹਾਨੂੰ ਮਹਿਮਾ ਦਿੰਦਾ ਹੈ, ਤੁਹਾਨੂੰ ਵਡਿਆਈ ਦਿੰਦਾ ਹੈ, ਤੁਸੀਂ ਉਹ ਵਡਿਆਈ ਆਪਣੇ ਕੋਲ ਨਹੀਂ ਰੱਖਣੀ, ਸਗੋਂ ਪਰਮੇਸ਼ਵਰ ਨੂੰ ਦੇਣੀ ਹੈ। ਤੁਹਾਡੀ ਜ਼ਿੰਦਗੀ 'ਚ ਜੋ ਭਲਾ ਹੁੰਦਾ ਹੈ, ਜੋ ਚੰਗਾ ਹੁੰਦਾ ਹੈ ਤੁਹਾਡੇ ਜੀਵਨ ਵਿੱਚ ਜਾਂ ਤੁਹਾਡੇ ਦੁਆਰਾ, ਉਹਦੇ ਲਈ ਹਮੇਸ਼ਾ ਮਹਿਮਾ ਅਤੇ ਵਡਿਆਈ ਪਰਮੇਸ਼ਵਰ ਨੂੰ ਦੇਣੀ ਹੈ। ਇਸੇ ਤਰ੍ਹਾਂ ਅਸੀਂ ਦੂਜਿਆਂ ਦੇ ਬਾਰੇ ਵੀ ਪੜ੍ਹਦੇ ਹਾਂ। ਕਿੰਨਾ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਨੂੰ ਵਡਿਆਈ ਅਤੇ ਪ੍ਰਸ਼ੰਸਾ ਦਈਏ। ਜਦੋਂ ਅਸੀਂ ਵਚਨ ਵਿੱਚ ਪੜ੍ਹਦੇ ਹਾਂ ਸੈਮੂਅਲ ਨਬੀ ਦਾ ਪਹਿਲਾ ਪੁਸਤਕ ਉਹਦਾ 18 ਅਧਿਆਇ, ਉਹਦੇ ਵਿੱਚ ਅਸੀਂ ਵੇਖਦੇ ਹਾਂ ਜਦੋਂ ਦਾਊਦ ਗੋਲੀਅਤ ਦਾ ਕਤਲ ਕਰਨ ਤੋਂ ਬਾਅਦ ਵਾਪਸ ਸ਼ਹਿਰ ਦੇ ਵਿੱਚ ਦਾਖਲ ਹੁੰਦਾ ਹੈ, ਲੋਕ ਉਸ ਦਾ ਸਵਾਗਤ ਕਰਦੇ ਹਨ ਅਤੇ ਇਹ ਆਖਦੇ ਹਨ ਕਿ ਸਾਊਲ ਨੇ ਤਾਂ ਹਜ਼ਾਰਾਂ ਨੂੰ ਮਾਰਿਆ ਪਰ ਦਾਊਦ ਨੇ 10,000 ਨੂੰ ਮਾਰਿਆ। ਹੁਣ ਜਦੋਂ ਰਾਜਾ ਸਾਊਲ ਨੇ ਇਹ ਵਡਿਆਈ, ਜੋ ਦਾਊਦ ਦੀ ਵਡਿਆਈ ਹੋ ਰਹੀ ਸੀ, ਪ੍ਰਸ਼ੰਸਾ ਹੋ ਰਹੀ ਸੀ, ਉਸ ਨੂੰ ਸੁਣਿਆ, ਵਚਨ ਕਹਿੰਦਾ ਹੈ ਉਹਦਾ ਮਨ ਈਰਖਾ ਦੇ ਨਾਲ ਭਰ ਗਿਆ। ਉਹ ਸੋਚਣ ਲੱਗਾ ਕਿ ਮੇਰੇ ਲਈ ਉਹਨਾਂ ਨੇ 1000 ਆਦਮੀ ਕਿਹਾ ਹੈ ਪਰ ਦਾਊਦ ਲਈ 10,000 ਆਖੇ ਹਨ। ਅਤੇ ਉਸ ਸਮੇਂ ਤੋਂ ਹੀ ਸਾਊਲ ਰਾਜਾ ਦਾਊਦ ਦੇ ਨਾਲ ਈਰਖਾ ਕਰਨ ਲੱਗਾ। ਅਸੀਂ ਇਸ ਹਾਲਤ ਨੂੰ ਸਾਡੀ ਜ਼ਿੰਦਗੀ ਵਿੱਚ ਵੇਖਦੇ ਹਾਂ। ਜਦੋਂ ਕਿਸੇ ਦੀ ਪ੍ਰਸ਼ੰਸਾ ਹੁੰਦੀ ਹੈ, ਕਿਸੇ ਦੀ ਵਡਿਆਈ ਹੁੰਦੀ ਹੈ, ਅਸੀਂ ਪੂਰਾ ਜ਼ੋਰ ਲਗਾ ਦਿੰਦੇ ਹਾਂ ਉਸ ਨੂੰ ਨੀਚਾ ਦਿਖਾਉਣ ਦੇ ਲਈ, ਉਸ ਦਾ ਅਪਮਾਨ ਕਰਨ ਦੇ ਲਈ। ਪਰ ਪਰਮੇਸ਼ਵਰ ਸਾਡੇ ਤੋਂ ਇਹੋ ਜਿਹਾ ਕੰਮ ਨਹੀਂ ਚਾਹੁੰਦਾ। ਪਰਮੇਸ਼ਵਰ ਚਾਹੁੰਦਾ ਹੈ ਅਸੀਂ ਹਲੀਮ ਰਹੀਏ। ਜੇਕਰ ਕੋਈ ਸਾਡੀ ਮਹਿਮਾ ਵਡਿਆਈ ਕਰਦਾ ਹੈ, ਅਸੀਂ ਉਹ ਵਡਿਆਈ ਆਪਣੇ ਆਪ ਨੂੰ ਨਾ ਦਿੰਦੇ ਹੋਏ ਪਰਮੇਸ਼ਵਰ ਨੂੰ ਦਈਏ। ਹਾਂ, ਜੇਕਰ ਕਿਸੇ ਨੇ ਚੰਗਾ ਕੰਮ ਜਾਂ ਭਲਾ ਕੰਮ ਕੀਤਾ ਹੈ, ਅਸੀਂ ਜ਼ਰੂਰ ਉਸ ਦੀ ਪ੍ਰਸ਼ੰਸਾ ਕਰੀਏ। ਸੰਤ ਪਤਰਸ ਆਪਣੇ ਵਚਨ ਦੇ ਵਿੱਚ ਇਹ ਗੱਲ ਆਖਦੇ ਹਨ। ਸੰਤ ਪਤਰਸ ਦਾ ਪਹਿਲਾ ਪੱਤਰ ਉਹਦਾ 5 ਅਧਿਆਇ ਉਹਦੀ 5 ਆਇਤ ਵਿੱਚ ਸੰਤ ਪਤਰਸ ਆਖਦੇ ਹਨ, ਇਸ ਲਈ ਤੁਸੀਂ ਨੌਜਵਾਨੋ ਹਮੇਸ਼ਾ ਬਜ਼ੁਰਗਾਂ ਦੇ ਅਧੀਨ ਰਹੋ। ਤੁਹਾਡੇ ਵਿੱਚੋਂ ਹਰ ਕੋਈ ਇੱਕ ਦੂਜੇ ਦੇ ਅਧੀਨ ਰਹੇ। ਇਸੇ ਤਰ੍ਹਾਂ ਤੁਸੀਂ ਹਲੀਮੀ ਨੂੰ ਆਪਣੇ ਉੱਤੇ ਧਾਰਨ ਕਰ ਲਵੋ, ਕਿਉਂਕਿ ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ ਪਰ ਹਲੀਮ ਨੂੰ ਉਹ ਬਰਕਤ ਦਿੰਦਾ ਹੈ। ਆਓ ਅਸੀਂ ਪਾਕ ਤਸਲੀਸ ਤੋਂ ਸਿੱਖ ਲਈਏ, ਬਾਪ, ਬੇਟੇ ਅਤੇ ਰੂਪਾਕ ਤੋਂ ਸਿੱਖ ਲਈਏ ਕਿਵੇਂ ਅਸੀਂ ਆਪਣੇ ਆਪ 'ਚ ਹਲੀਮ ਰਹਿਣਾ ਹੈ ਅਤੇ ਦੂਜਿਆਂ ਨੂੰ ਮਹਿਮਾ ਅਤੇ ਵਡਿਆਈ ਦੇਣੀ ਹੈ। ਖੁਦਾ ਸਾਨੂੰ ਆਪਣੀ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ।
अर्जी मैं तेरी करा सदा, जीवन पर अपना राह बिखा, भुलाना फिर मैं तेरा करा, अर्पण करा मैं रोजी समझा, प्यारे खुदाया कर ले परवाह, अर्पण करा मैं रोजी समझा, अर्पण करा मैं रोजी समझा, अर्पण करा मैं रोजी समझा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਕੁਰਬਾਨੀ ਦੀਆਂ ਇਹਨਾਂ ਨਜ਼ਰਾਨਿਆਂ ਦੇ ਨਾਲ ਸਾਡੀਆਂ ਦੁਆਵਾਂ ਤੇਰੇ ਹਜ਼ੂਰ ਪਹੁੰਚ ਜਾਣ, ਤਾਂ ਜੋ ਤੇਰੀ ਮਹਿਨਾ ਸ਼ੁੱਧ ਕੀਤੇ ਹੋਏ ਅਸੀਂ ਤੇਰੇ ਅਤੀ ਮਹਾਨ ਪਿਆਰ ਦੇ ਭੇਦਾਂ ਦੇ ਲਾਇਕ ਬਣ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੇ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ। ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ, ਉਹਦੇ ਵਿੱਚ ਇੱਕ ਨਵੇਂ ਯੁੱਗ ਦਾ ਸਵੇਰਾ ਹੋ ਗਿਆ ਹੈ ਅਤੇ ਪਾਪ ਦੀ ਲੰਮੀ ਗੁਲਾਮੀ ਦਾ ਰਾਜ ਖਤਮ ਹੋ ਗਿਆ ਹੈ। ਬਰਬਾਦ ਹੋਈ ਦੁਨੀਆ ਨੂੰ ਨਵੇਂ ਸਿਰੇ ਉਸਾਰਿਆ ਗਿਆ ਹੈ ਅਤੇ ਇਨਸਾਨ ਦੀ ਜ਼ਿੰਦਗੀ ਨੂੰ ਮੁੜ ਬਹਾਲ ਕੀਤਾ ਗਿਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜੱਥਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ ਪਾਕ ਪਾਕ, ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। हे ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹੇ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ईमान दा भेद। ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ, ਬਿਸ਼ਪ ਐਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਤੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਪਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਖੁਦਾ ਬਾਪ ਦੇ ਪਿਆਰ ਉੱਤੇ ਭਰੋਸਾ ਰੱਖਦੇ ਹੋਏ ਮਿਲ ਕੇ ਉਹੀ ਪ੍ਰਾਰਥਨਾ ਆਖੀਏ ਜੋ ਸਾਡੇ ਮੁਕਤੀਦਾਤਾ ਪ੍ਰਭੂ ਯੀਸ਼ੂ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਲਿਆਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। खुदा ने तू दुनिया दे गुनाह चुक ले जाता है। दया करो, दया करो, दया करो प्रभु दया करो। मेरे खुदा ने तू दुनिया
चाहता है। दया करो, दया करो, दया करो प्रभु दया करो। खुदा दी तू दुनिया दी गुनाह चुक ले चाहता है। शांति दो, शांति दो, शांति दो प्रभु शांति दो, प्रभु शांति दो, प्रभु शांति दो। ਦੇਖੋ ਖੁਦਾ ਦਾ ਲੀਲਾ, ਇਹਨੂੰ ਵੇਖੋ ਜਦ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲਿਆ ਜਾਂਦਾ ਹੈ। ਧੰਨ ਉਹ ਲੋਕ ਹਨ ਜੇ ਲੇਲੇ ਦੇ ਭੋਜ ਲਈ ਸੱਦੇ ਗਏ ਹਾਂ। ऐ प्रभु मैं इस योग्यता नहीं हाँ कि तू मेरी शर्त थले आवे, पर एक ही शब्द आ ता मेरी रूह चंगी हो जावेगी। ਮਸੀਹ ਦਾ ਬਦਨ ਅਤੇ ਲਹੂ ਸਾਨੂੰ ਸਦੀਵੀ ਜੀਵਨ ਤੱਕ ਸੰਭਾਲੀ ਰੱਖੇ। आमीन। रोटी में दी सूरत पाई लई उस शिफा खुदाई। रोटी में दी सूरत पाई लई उस शिफा खुदाई। बढ़ाई है तेरी इलाही ओदी रहमत दा है निशान। बढ़ाई है तेरी इलाही ओदी रहमत दा है निशान। किता रहमत प्यारी यीशु ने होया साडे ते मेहरबान। तुझी रहमत ते मेहरबानी दा मैं दसां कोल गया। तुझी रहमत ते मेहरबानी दा मैं दसां कोल गया। ਵੇਖੋ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਯੁਗਾਂ ਦੇ ਅੰਤ ਤੱਕ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਪ੍ਰਭੂ ਯੀਸ਼ੂ ਮਸੀਹ ਦੇ ਜੀ ਉੱਠਣ ਦੇ ਰਾਹੀਂ ਤੂੰ ਸਾਡੇ ਲਈ ਸਦੀਵੀ ਜੀਵਨ ਨੂੰ ਮੁੜ ਬਹਾਲ ਕਰਦਾ ਹੈ। ਇਸ ਪਾਸਕਾ ਸਾਕਰਾਮੈਂਟ ਦੇ ਫਲ ਨੂੰ ਸਾਡੇ ਵਿੱਚ ਵਧਾ ਦੇ ਅਤੇ ਇਸ ਮੁਕਤੀਦਾਈ ਖੁਰਾਕ ਦੀ ਸ਼ਕਤੀ ਨੂੰ ਸਾਡੇ ਦਿਲਾਂ ਵਿੱਚ ਪਾ ਦੇ। ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ।
दुआ याद कर याद कर ऐ नहायत मेहरबान कुआरी मरियम, भई कदी नहीं सुनिया गया कि कोई भी तेरी पनाह लभदे हां, तेरी मदद चाहुंदे हां, तेरी सिफारिश मंगदे हां, तेरे तो खाली दिया होवे। ऐ कुआरी कुआरियां दी अते मेरी मां, मैं इस तसल्ली नाल मैं तेरे कोल नस्सी आउंदी हां, अते तेरे अगे खलो के मैं गुनाही रोंदी हां। ऐ बेताली होई कलाम दी मां, मेरी अर्ज़ां नूं कील ना जान, सगों मेहरबानी नाल सुन ते कबूल कर। आमीन। मां मरियम शांति दी रानी, साडे लिए दुआ कर। सराई उस दे नाम दी सना, उस दे नाम दी सना, हमेशा रब दी होवे सना, रब दी होवे सना, हमेशा